हालेलुया। हे यहोवा, मुझे चंगा कर, तब मैं चंगा हो जाऊंगा। मुझे बचा, तब मैं बच जाऊंगा, क्योंकि मैं तेरी ही स्तुति करता हूँ। इसी वचन के अनुसार इस बहन ने अपना विश्वास दिखाया और परमेश्वर से अपनी चंगाई प्राप्त की। सारिਆਂ ਨੂੰ जय मसीह दी। मेरा नाम नरिंदर कौर आ और मैं गढ़शंकर ਦੀ ਰਹਿਣ ਵਾਲੀ ਹਾਂ। मैं ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਟੈਸਟਮਨੀ ਦੇਣਾ ਚਾਹੁੰਦੀ ਹਾਂ ਕਿ ਪਰਮੇਸ਼ਰ ਨੇ ਕਿੱਦਾਂ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ। 2 ਮਹੀਨੇ ਪਹਿਲਾਂ ਮੈਂ ਰਾਤ ਨੂੰ ਸੋ ਰਹੀ ਸੀ, ਜਦੋਂ ਸਵੇਰ ਨੂੰ ਮੈਂ ਉੱਠੀ ਹਾਂ। ਜਦੋਂ ਉੱਠ ਕੇ ਮੈਂ ਲੌਬੀ ਦੇ ਵੱਲ ਨੂੰ ਗਈ ਹਾਂ, ਜਦੋਂ ਜਾ ਰਹੀ ਸੀਗੀ, ਜਦੋਂ ਮੈਂ ਦੇਖਿਆ ਕਿ ਲੌਬੀ ਦੇ ਵਿੱਚ ਫਲੋਰ ਦੇ ਉੱਤੇ ਬਲੱਡ ਦੇ ਛਿੱਟੇ ਆਏ ਹੋਏ ਸੀਗੇ, ਤਾਂ ਮੈਂ ਸੋਚਿਆ ਕਿ ਸ਼ਾਇਦ ਉੱਦੇ ਹੋਣਗੇ, ਕਿ ਸ਼ਾਇਦ ਕੋਈ ਜਾਨਵਰ, ਕੋਈ ਬਿੱਲੀ ਵਗੈਰਾ ਕੁਛ ਐਦਾਂ ਹੋਇਆ ਹੋਏਗਾ। ਮੈਂ ਸਾਰੇ ਘਰ ਦੇ ਵਿੱਚ ਚੈੱਕ ਕੀਤਾ ਔਰ ਮੈਨੂੰ ਕਿਤੇ ਵੀ ਉਹ ਛਿੱਟੇ ਹੋਰ ਜਗ੍ਹਾ ਕਿਤੇ ਨਹੀਂ ਦਿਖੇ ਹੈਗੇ। ਤਾਂ ਮੈਂ ਸੋਚਿਆ, ਮੈਂ ਕਿਹਾ, ਫਿਰ ਮੈਨੂੰ ਸ਼ੱਕ ਪੈ ਗਿਆ ਵੀ ਕਿਸੇ ਨੇ ਇਹ ਜਾਦੂ ਟੂਣਾ ਕੀਤਾ ਆ। ਉਸ ਤੋਂ ਕੁਛ ਦਿਨ ਹੀ ਬਾਅਦ ਪਰ ਮੇਰੀ ਤਬੀਅਤ ਖਰਾਬ ਰਹਿਣ ਲੱਗ ਪਈ, ਮੈਂ ਬਿਮਾਰ ਹੋ ਗਈ। ਤਾਂ ਮੈਨੂੰ ਹਾਈ ਫੀਵਰ ਹੋ ਗਿਆ। ਫੀਵਰ ਦੇ ਕਰਕੇ ਮੈਨੂੰ ਇੰਨਾ ਜ਼ਿਆਦਾ ਫੀਵਰ 104 105 ਉਤੋਂ ਫੀਵਰ ਮੈਨੂੰ ਘਟਦਾ ਨਹੀਂ ਸੀਗਾ। ਔਰ ਮੈਂ ਜੇ ਕੁਛ ਖਾਂਦੀ ਵੀ ਸੀ, ਮੈਨੂੰ ਖਾਣਾ ਡਾਈਜੈਸ਼ਨ ਨਹੀਂ ਸੀ ਹੁੰਦਾ ਹੈਗਾ। ਫਿਰ ਮੈਨੂੰ ਹੌਸਪੀਟਲ ਜਾਇਆ ਗਿਆ। ਮੈਂ ਹੌਸਪੀਟਲ ਗਈ ਹਾਂ ਤੇ ਮੈਨੂੰ ਜਦੋਂ ਐਮਰਜੈਂਸੀ ਦੇ ਵਿੱਚ ਲੈ ਕੇ ਗਏ, ਕਿਉਂਕਿ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ, ਮੇਰੇ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ ਹੈਗਾ। ਤਾਂ ਮੈਨੂੰ ਹੌਸਪੀਟਲ ਜਾਇਆ ਗਿਆ। ਹੌਸਪੀਟਲ ਦੇ ਵਿੱਚ ਜਾ ਕੇ ਮੈਨੂੰ ਨਹੀਂ ਐਡਮਿਟ ਕਰ ਲਿਆ। ਉਹਨਾਂ ਨੇ ਜਦੋਂ ਟੈਸਟ ਵਗੈਰਾ ਸਾਰੇ ਕੀਤੇ ਤੇ ਮੈਨੂੰ ਸਟਮਿਕ ਇਨਫੈਕਸ਼ਨ ਆਈ, ਜੋ ਕਿ ਨਾਰਮਲ ਹੁੰਦੀ 4000 ਤੋਂ 11000 ਦੇ ਵਿੱਚ। ਲੇਕਿਨ ਮੇਰੀ ਜਦੋਂ ਮੈਂ ਫਸਟ ਟਾਈਮ ਐਡਮਿਟ ਕੀਤੀ ਗਈ ਤੇ ਮੇਰੀ ਉਸ ਵੇਲੇ 19000 ਇਨਫੈਕਸ਼ਨ ਸੀਗੀ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਕੁਛ ਦਿਨ ਐਡਮਿਟ ਹੀ ਰੱਖਣਾ ਪੈਣਾ ਆ। ਮੈਂ ਐਡਮਿਟ ਰਹੀ ਹਾਂ, ਪਰ ਫਿਰ ਥੋੜ੍ਹੇ ਦਿਨਾਂ ਬਾਅਦ 5-7 ਦਿਨ ਮੈਂ ਰਹੀ, ਫਿਰ ਮੈਂ ਘਰ ਵਾਪਸ ਆ ਗਈ। ਲੇਕਿਨ ਉਸ ਤੋਂ ਬਾਅਦ ਵੀ ਫਿਰ ਵੀ ਮੈਂ ਠੀਕ ਨਹੀਂ ਸੀ ਰਹਿ ਰਹੀ ਹੈਗੀ। ਮੇਰੇ ਤੋਂ ਘਰ ਦਾ ਕੋਈ ਵੀ ਕੰਮ ਨਹੀਂ ਸੀ ਹੁੰਦਾ। ਮੇਰੀ ਬੇਟੀ ਸਾਰਾ ਕੰਮ ਕਰਦੀ ਸੀ, ਪੜ੍ਹਾਈ ਕਰ ਰਹੀ ਸੀਗੀ। ਮੇਰੀ ਬੇਟੀ ਨੂੰ ਆਪਣੀ ਪੜ੍ਹਾਈ ਵੀ ਵਿੱਚੇ ਛੱਡਣੀ ਪਈ। ਤਾਂ ਉਹ ਕਿਉਂਕਿ ਮੈਂ ਕੁਛ ਵੀ ਨਹੀਂ ਸੀ ਕਰ ਸਕਦੀ, ਮੈਂ ਟੋਟਲੀ ਬੈੱਡ 'ਤੇ ਸੀਗੀ। ਐਂਡ ਜਿਸ ਕਰਕੇ ਮੈਂ ਆਪਣੀ ਪੜ੍ਹਾਈ ਵੀ ਕੰਟੀਨਿਊ ਨਹੀਂ ਕਰ ਪਾ ਰਹੀ ਸੀਗੀ। ਮੈਨੂੰ ਘਰ ਦੇ ਕੰਮ ਕਰਨੇ ਪੈਂਦੇ ਸੀ, ਕਿਉਂਕਿ ਮੇਰੇ ਮਦਰ ਪੂਰੇ ਬੈੱਡ 'ਤੇ ਸੀਗੇ। ਮੈਨੂੰ ਉਹਨਾਂ ਦੀ ਟੇਕ ਕੇਅਰ ਲਈ ਕੋਈ ਵੀ ਘਰ ਨਹੀਂ ਸੀਗਾ। ਮੈਨੂੰ ਹਰ ਕੰਮ ਘਰ ਦਾ ਕਰਨਾ ਪੈਂਦਾ ਸੀ, ਖਾਣਾ ਵਗੈਰਾ ਸਾਰਾ ਕੁਛ ਮੈਂ ਹੀ ਕਰਦੀ ਸੀਗੀ। ਇਸ ਕਰਕੇ ਮੇਰਾ ਸਟੱਡੀ 'ਤੇ ਵੀ ਕੰਸਨਟਰੇਟ ਨਹੀਂ ਬਣ ਪਾਉਂਦਾ ਸੀਗਾ, ਜਿਸ ਕਰਕੇ ਮੈਨੂੰ ਆਪਣੀ ਸਟੱਡੀ ਵੀ ਛੱਡਣੀ ਪਈ। ਟਾਈਮ ਫਿਰ ਜਦੋਂ ਮੈਂ ਨਹੀਂ ਠੀਕ ਹੋਈ ਹੈਗੀ ਘਰ, ਫਿਰ ਮੈਨੂੰ ਵਾਪਸ ਐਡਮਿਟ ਕਰਵਾਉਣਾ ਪਿਆ। ਜਦੋਂ ਮੈਨੂੰ ਰਾਤ ਨੂੰ ਕਾਂਬੇ ਦੇ ਨਾਲ ਬਹੁਤ ਤੇਜ਼ ਫੀਵਰ ਹੋ ਗਿਆ ਤੇ ਮੇਰੀ ਹਾਲਤ ਇੰਨੀ ਜ਼ਿਆਦਾ ਸੀ ਕਿ ਮੈਂ ਬੈੱਡ ਤੋਂ ਉੱਠ ਵੀ ਨਹੀਂ ਸੀ ਪਾ ਰਹੀ। ਤੇ ਮੈਨੂੰ ਮੇਰੀ ਬੇਟੀ ਮੇਰੇ ਨਾਲ ਹੀ ਸੀਗੀ, ਇਹ ਜਲਦੀ ਗਈ ਤੇ ਡਾਕਟਰਾਂ ਨੂੰ ਬੁਲਾਇਆ ਕਿ ਮੇਰੀ ਮਦਰ ਦੀ ਹਾਲਤ ਜ਼ਿਆਦਾ ਖਰਾਬ ਹੋ ਰਹੀ ਆ। ਤੇ ਡਾਕਟਰ ਆਏ, ਉਹਨਾਂ ਨੇ ਆ ਕੇ ਮੈਨੂੰ ਮੈਡੀਸਨ ਦਿੱਤੀ। ਜਿੱਦਾਂ ਹੀ ਮੈਡੀਸਨ ਮੈਂ ਆਪਣੇ ਮੂੰਹ ਦੇ ਵਿੱਚ ਪਾਈ, ਉਹਦੇ ਨਾਲ ਹੀ ਮੈਨੂੰ ਇੱਦਾਂ ਵੋਮਟਿੰਗ ਆ ਗਈਆਂ। ਬੈੱਡ ਦੇ ਕੋਲੇ ਮੈਂ ਵੋਮਟਿੰਗ ਕਰਨ ਲੱਗ ਪਈ। ਉਹਨਾਂ ਨੇ ਜਦੋਂ ਦੇਖਿਆ ਕਿ ਨਹੀਂ, ਇਹ ਸਾਡੇ ਕੋਲ ਕੰਟਰੋਲ 'ਚ ਨਹੀਂ ਹੋ ਰਹੀ ਇਹਨਾਂ ਦੀ ਹੈਲਥ, ਤਾਂ ਉਹਨਾਂ ਨੇ ਮੈਨੂੰ ਰਾਤ ਨੂੰ 11:30 ਵਜੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਕਿ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਤੋਂ ਵੱਡੇ ਹੌਸਪੀਟਲ ਵਿੱਚ ਤੁਹਾਨੂੰ ਰੈਫਰ ਕਰ ਰਹੇ ਹਾਂ, ਕਿਉਂਕਿ ਹਾਲਤ ਮੇਰੀ ਜ਼ਿਆਦਾ ਖਰਾਬ ਹੋ ਗਈ ਸੀਗੀ। ਤਾਂ ਉਹਨਾਂ ਨੇ ਰਾਤ ਨੂੰ ਹੀ ਮੈਨੂੰ ਐਂਬੂਲੈਂਸ ਦੇ ਵਿੱਚ ਹੁਸ਼ਿਆਰਪੁਰ ਰੈਫਰ ਕੀਤਾ ਔਰ ਮੈਨੂੰ ਹੁਸ਼ਿਆਰਪੁਰ ਲੈ ਕੇ ਗਏ। ਜਦੋਂ ਉੱਥੇ ਗਈ ਹਾਂ, ਉੱਥੇ ਜਾ ਕੇ ਉਹਨਾਂ ਨੇ ਡਾਕਟਰਾਂ ਨੇ ਮੇਰੇ ਕਾਫੀ ਇੰਜੈਕਸ਼ਨ ਲਗਵਾਏ ਤੇ ਮੇਰੇ ਗਲੂਕੋਜ਼ ਲਗਾਤਾਰ ਹੀ ਲੱਗਦਾ ਰਿਹਾ। ਲੇਕਿਨ ਜਦੋਂ ਵੀ ਮੇਰੇ ਗਲੂਕੋਜ਼ ਲੱਗਦਾ ਸੀਗਾ ਤਾਂ ਮੇਰੀਆਂ ਵੇਨਸ ਸੀਗੀਆਂ ਸਾਰੀਆਂ ਬਲੌਕਸ ਹੋ ਜਾਂਦੀਆਂ ਸੀਗੀਆਂ ਔਰ ਨਾਲ ਹੀ ਮੇਰੇ ਕਲੌਟ ਬਣਨੇ ਸ਼ੁਰੂ ਹੋ ਜਾਂਦੇ, ਮੋਟੇ ਬਣਦੇ ਪਏ ਸੀਗੇ, ਜਿੱਥੇ ਗਲੂਕੋਜ਼ ਅੱਗੇ ਲੱਗਦਾ ਨਹੀਂ ਸੀ ਪਿਆ, ਜਿਹਦੇ ਕਰਕੇ ਮੇਰੇ ਬਾਰ-ਬਾਰ ਸੂਈਆਂ ਪੱਟ ਕੇ ਹਰ ਜਗ੍ਹਾ 'ਤੇ ਮੇਰੇ ਪੈਰਾਂ ਤੱਕ ਸੂਈਆਂ ਲੱਗ ਗਈਆਂ, ਕਿਉਂਕਿ ਮੇਰੇ ਗਲੂਕੋਜ਼ ਨਹੀਂ ਸੀ ਲੱਗਦਾ। ਔਰ ਮੈਂ ਇੰਨੀ ਜ਼ਿਆਦਾ ਪੇਨ ਦੇ ਵਿੱਚ ਸੀ। ਜਦੋਂ ਦੇਖਿਆ ਗਿਆ ਕਿ ਹਾਂ ਨਹੀਂ, ਉਹਨਾਂ ਨੇ ਮੈਨੂੰ ਰੱਖਿਆ ਪੂਰੀ ਰਾਤ। ਜਦੋਂ ਉਹਨੇ ਸਾਰੇ ਟੈਸਟ ਮੇਰੇ ਕਰਵਾਏ ਆ, ਲੇਕਿਨ ਮੇਰੀ ਜਿਹੜੀ ਇਨਫੈਕਸ਼ਨ ਸੀਗੀ, ਇਨਫੈਕਸ਼ਨ ਜੋ ਪਹਿਲਾਂ 19000 ਸੀ, ਫਿਰ 26000 ਹੋਈ, ਹੁਣ 31000 ਹੋ ਰਹੀ ਸੀ। ਇਨਫੈਕਸ਼ਨ ਘਟ ਨਹੀਂ ਸੀ ਰਹੀ, ਇਨਫੈਕਸ਼ਨ ਵਧੀ ਜਾ ਰਹੀ ਸੀ। ਔਰ ਜਿਸ ਚੀਜ਼ ਦਾ ਸੀਗਾ ਕਿ ਇਹ ਕਿਉਂ ਹੋ ਰਹੀ ਆ, ਮੈਡੀਸਨ ਜਿਹੜੀ ਮੈਨੂੰ ਮੈਡੀਸਨ ਦੇ ਰਹੇ ਸੀਗੇ, ਮੇਰੇ 650 ਦਾ ਇੱਕ ਇੰਜੈਕਸ਼ਨ ਸੀਗਾ ਜਿਹੜਾ ਲੱਗ ਰਿਹਾ ਸੀਗਾ। ਦਿਨ ਦੇ ਵਿੱਚ 2 ਮੇਰੇ ਇੰਜੈਕਸ਼ਨ ਉਹ ਲੱਗਦੇ ਹੁੰਦੇ ਸੀਗੇ, ਤਾਂ ਉਹਦੇ ਨਾਲ ਵੀ ਮੈਨੂੰ ਫਰਕ ਨਹੀਂ ਸੀ ਪੈ ਰਿਹਾ। ਮੈਂ ਕਾਫੀ ਇਸ ਚੀਜ਼ ਦੀ ਪਰੇਸ਼ਾਨੀ 'ਚ ਸੀ। ਇੱਕ ਦਿਨ ਇੱਦਾਂ ਦਾ ਆ ਗਿਆ ਕਿ ਜਦੋਂ ਮੈਂ ਹੁਸ਼ਿਆਰਪੁਰ ਐਡਮਿਟ ਸੀਗੀ ਤਾਂ ਮੇਰੇ ਇੰਨੀ ਜ਼ਿਆਦਾ ਉਸ ਦਿਨ ਮੈਂ ਪ੍ਰੋਬਲਮ 'ਚ ਆ ਗਈ ਕਿ ਮੇਰੇ ਪੂਰੀ ਬੋਡੀ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ। ਡਾਕਟਰ ਕੋਲ ਵੀ ਬਾਰ-ਬਾਰ ਜਾ ਰਹੇ, ਉਹਨਾਂ ਨੇ ਇੰਜੈਕਸ਼ਨ ਦੇ ਰਹੇ, ਗੋਲੀਆਂ ਦੇ ਰਹੇ, ਮੈਡੀਸਨ, ਪਰ ਮੈਨੂੰ ਉਹਦੇ ਨਾਲ ਫਰਕ ਨਹੀਂ ਪੈ ਰਿਹਾ ਹੈਗਾ। ਤੇ ਮੇਰੇ ਇੰਨੀ ਦਰਦ ਹੋਈ, ਮੈਨੂੰ ਆਹ ਚੈਸਟ ਤੋਂ ਲੈ ਕੇ
ਚੈਸਟ ਤੋਂ ਲੈ ਕੇ ਸਿਰਫ ਉੱਪਰਲੇ ਹਿੱਸੇ 'ਚ ਮੈਨੂੰ ਸਾਹ ਆਉਣ ਲੱਗ ਪਿਆ ਔਰ ਮੇਰੇ ਨਿਚਲੇ ਹਿੱਸੇ ਦਾ ਮੈਨੂੰ ਪਤਾ ਨਹੀਂ ਲੱਗਿਆ। ਇੰਨੀ ਦਰਦ ਦੇ ਨਾਲ ਮੇਰੀ ਹਾਲਤ ਖਰਾਬ ਹੋ ਗਈ ਸੀ ਕਿ ਮੈਨੂੰ ਸਿਰਫ ਚੈਸਟ ਤੋਂ ਉੱਪਰੋਂ ਸਾਹ ਆਉਂਦਾ ਸੀ। ਉਸ ਦਿਨ ਮੇਰੀ ਐਦਾਂ ਸੀ, ਮੇਰੀ ਜਿਹੜਾ ਥੁੱਕ ਆ, ਮੇਰੀ ਲਾਵਾ, ਆਹ ਚੀਜ਼ ਮੇਰੀ ਸੁੱਕ ਗਈ ਸੀ ਔਰ ਜਿਹੜੀ ਮੇਰੀ ਜੀਭ ਤੇ ਆ ਨਾ, ਵਾਈਟ ਕਲਰ ਦਾ, ਪਿਓਰ ਵਾਈਟ ਕਲਰ ਦੀ ਝੱਗ ਆਉਣੀ ਸ਼ੁਰੂ ਹੋ ਗਈ। ਕਿਉਂਕਿ ਮੈਂ ਪਹਿਲਾਂ ਤੋਂ ਪਰਮੇਸ਼ਰ ਨੂੰ ਜਾਣਦੀ ਸੀ, ਮੈਂ ਪਿਛਲੇ 9 ਸਾਲ ਤੋਂ ਖਾਮਰਾ ਚਰਚ ਦੇ ਨਾਲ ਜੁੜੀ ਹੋਈ ਸੀਗੀ। ਜਦੋਂ ਅਪੋਸਟਲ ਜੀ ਫਾਇਰ ਪ੍ਰੇਅਰ ਕਰਦੇ ਹੁੰਦੇ ਸੀਗੇ ਤੇ ਉਸ ਪ੍ਰੇਅਰ ਨੂੰ ਮੈਂ ਹਮੇਸ਼ਾ ਰਿਸੀਵ ਕਰਦੀ ਸੀ। ਜਦੋਂ ਬਿਮਾਰਾਂ ਦੇ ਲਈ ਜਾਂ ਕੋਈ ਕਿਸੇ ਵੀ ਚੀਜ਼ ਦੇ ਲਈ ਸਾਡੇ ਲਈ ਪ੍ਰੇਅਰ ਕਰਦੇ ਸੀ, ਉਹ ਬਿਮਾਰੀ ਦੇ ਲਈ ਮੈਂ ਹਮੇਸ਼ਾ ਰਿਸੀਵ ਕਰਦੀ ਸੀ ਕਿ ਪਰਮੇਸ਼ਰ, ਜਦੋਂ ਮੈਂ ਟੈਸਟਮਨੀਆਂ ਗਵਾਹੀਆਂ ਨੂੰ ਸੁਣਦੀ ਸੀਗੀ, ਉਹ ਚੀਜ਼ ਨੂੰ ਮੈਂ ਕਹਿਣਾ, ਪਰਮੇਸ਼ਰ ਜੇ ਤੂੰ ਇਹਨਾਂ ਨੂੰ ਚੰਗਿਆ ਕਰ ਸਕਦਾ, ਤੂੰ ਮੈਨੂੰ ਵੀ ਚੰਗਾ ਕਰ ਸਕਦਾ, ਮੈਨੂੰ ਵੀ ਇਸ ਦੁੱਖ ਔਰ ਬਿਮਾਰੀ ਚੋਂ ਛੁਟਕਾਰਾ ਦੇ ਸਕਦਾ ਆ। 29 ਅਗਸਤ ਨੂੰ ਮੇਰੇ ਬੱਚੇ ਜਦੋਂ ਚਰਚ ਆਏ ਔਰ ਮੈਂ ਘਰ ਹੀ ਸੀਗੀ, ਘਰ ਆਨਲਾਈਨ ਮੀਟਿੰਗ ਦੇਖ ਰਹੀ ਹਾਂ, ਜਦੋਂ ਪਰਮੇਸ਼ਰ ਦੇ ਦਾਸ ਨੇ ਉਹ ਆਇਲ ਲੈਣ ਵਾਸਤੇ ਕਿਹਾ, ਜਦੋਂ ਲੇ ਹੈਂਡ ਆਇਲ ਦੇ ਨਾਲ ਹੋ ਰਿਹਾ ਸੀਗਾ ਸਾਰੀ ਕਲੀਸਿਆ ਦੇ ਉੱਤੇ। और आप में जब ऑयल आए, आपने रिसीव करना बाय फेथ और आपने विश्वास करना है कि खुदावन, ये स्पर्श, ये ले हैंड जो मुझ पे हो रहा है, ये जो प्रार्थना मुझ पे हो रही, मैं इसे रिसीव करता हूं, मैं अपनी गवाही को रिसीव करता हूं। ਮੈਂ ਵਿਸ਼ਵਾਸ ਦੇ ਨਾਲ ਗਈ। ਪਰਮੇਸ਼ਰ ਜਦ ਅੱਜ ਮੇਰੇ ਉੱਤੇ ਲੇ ਹੈਂਡ ਹੋਣਾ ਹੈ ਉਹ ਅਨੋਇੰਟਿੰਗ ਆਇਲ ਦਾ, ਐਂਡ ਉਹ ਮੈਂ ਆਪਣੇ ਮਦਰ ਲਈ ਰਿਸੀਵ ਕਰਦੀ ਹਾਂ। ਐਂਡ ਉਸ ਵਕਤ ਮੇਰੇ ਹੱਥ ਦੇ ਵਿੱਚ ਟਿਸ਼ੂ ਸੀ ਐਂਡ ਮੈਂ ਉਹ ਟਿਸ਼ੂ ਦੇ ਉੱਤੇ ਆਇਲ ਲਗਾਇਆ ਐਂਡ ਮੈਂ ਫੇਥ ਕੀਤਾ ਕਿ ਪਰਮੇਸ਼ਰ ਸੱਚਮੁੱਚ, ਪਰਮੇਸ਼ਰ ਤੂੰ ਜ਼ਿੰਦਾ ਖੁਦਾ ਆ, ਤੂੰ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਔਰ ਇਹ ਟਿਸ਼ੂ ਨਾਰਮਲ ਟਿਸ਼ੂ ਨਹੀਂ ਹੈ। ਇਹ ਟਿਸ਼ੂ ਜਦ ਮੈਂ ਆਪਣੇ ਮਦਰ ਤੇ ਲਗਾਉਂਗੀ ਤਾਂ ਹਰ ਇੱਕ ਪ੍ਰੋਬਲਮ ਤੋਂ ਆਜ਼ਾਦ ਹੋਵਾਂਗੇ। ਐਂਡ ਸੱਚਮੁੱਚ ਕਿ ਮੈਂ ਜਦੋਂ ਘਰ ਜਾਵਾਂਗੀ, ਉਹੀ ਮਸਾ ਜੋ ਮੈਂ ਇੱਥੋਂ ਲੈ ਕੇ ਜਾ ਰਹੀ ਹਾਂ, ਉਹ ਮਸਾ ਮੇਰੇ ਮਦਰ ਦੀ ਬੋਡੀ ਤੇ ਕੰਮ ਕਰੇਗਾ। ਤਾਂ ਮੇਰੀ ਬੇਟੀ ਨੇ ਬਾਈ ਫੇਥ ਉਸ ਆਇਲ ਨੂੰ ਟਿਸ਼ੂ ਦੇ ਉੱਪਰ ਲਿਆ, ਜਾ ਕੇ ਜਦੋਂ ਸ਼ਾਮ ਨੂੰ ਘਰੇ ਗਏ ਆ ਤਾਂ ਮੇਰੀ ਬੇਟੀ ਨੇ ਮੇਰੇ ਘਰੇ ਲਿਜਾ ਕੇ ਜਾਂਦੀ ਨੇ ਮੇਰੇ ਪੇਟ ਦੇ ਉੱਤੇ ਉਹ ਆਇਲ ਵਾਲਾ ਟਿਸ਼ੂ ਲਗਾਇਆ ਔਰ ਇਹ ਕਿਹਾ ਕਿ ਪਰਮੇਸ਼ਰ, ਜੋ ਵੀ ਮੇਰੀ ਮਦਰ ਦੇ ਅੰਦਰ ਪ੍ਰੋਬਲਮ ਆ, ਪਰਮੇਸ਼ਰ ਅੱਜ ਮੇਰੀ ਮਦਰ ਨੂੰ ਤੂੰ ਆਜ਼ਾਦ ਕਰੇਗਾ ਉਹ ਹਰ ਇੱਕ ਚੀਜ਼ ਤੋਂ। ਔਰ ਸੱਚਮੁੱਚ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਆਪਣੇ ਉਸ ਸਾਡੇ ਫੇਥ ਦੇ ਮੁਤਾਬਕ ਕੰਮ ਕੀਤਾ ਔਰ ਮੈਂ ਜਦੋਂ ਲਗਾਇਆ ਉਸ ਤੋਂ ਕੁਝ ਟਾਈਮ ਬਾਅਦ ਮੇਰੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੋਣ ਲੱਗ ਪਈ। ਪੂਰੀ ਰਾਤ ਮੇਰੇ ਪੇਟ ਦੇ ਵਿੱਚ, ਸੰਡੇ ਨਾਈਟ, ਫੁੱਲ ਨਾਈਟ ਮੇਰੇ ਪੇਟ ਦੇ ਵਿੱਚ ਪੇਨ ਹੁੰਦੀ ਰਹੀ। ਪੂਰਾ ਮੰਡੇ ਪੂਰਾ ਦਿਨ ਮੇਰੇ ਦਰਦ ਹੁੰਦੀ ਰਹੀ ਆ। ਸੋਮਵਾਰ 30 ਤਰੀਕ ਨੂੰ ਤੇ ਮੇਰੇ ਯਕਦਮ ਪੇਟ ਦੇ ਵਿੱਚ ਮੈਨੂੰ ਫੀਲ ਹੋ ਰਿਹਾ ਕਿ ਮੇਰੇ ਪੇਟ ਦੇ ਵਿੱਚੋਂ ਮੇਰੇ ਗੁਪਤ ਅੰਗ ਰਾਹੀਂ ਕੁਝ ਨਿਕਲ ਰਿਹਾ ਆ। ਜਦੋਂ ਮੈਂ ਬਾਥਰੂਮ ਗਈ ਆ, ਜਦੋਂ ਹੀ ਮੈਂ ਬੈਠੀ, ਮੈਨੂੰ ਫੀਲ ਹੋਇਆ, ਇਸ ਲਈ ਮੈਂ ਫਲੋਰ ਤੇ ਬੈਠ ਗਈ ਹਾਂ ਔਰ ਮੇਰੇ ਇੰਨੇ ਵੱਡੇ ਮਾਸ ਦੇ ਟੁਕੜੇ ਅੰਦਰੋਂ ਨਿਕਲਣੇ ਸ਼ੁਰੂ ਹੋ ਗਏ। ਮੇਰੇ ਰਾਤ ਤੋਂ 8 ਤੋਂ ਸਟਾਰਟ ਹੋਈਆਂ, ਸਵੇਰ ਦੇ 8 ਵਜੇ ਤੱਕ ਮੇਰੇ 25 ਰਸੌਲੀਆਂ ਨਿਕਲੀਆਂ। ਜਿਹੜੇ ਮੇਰੇ ਅੰਦਰੋਂ ਉਹ ਪੀਸ ਨਿਕਲ ਰਹੇ ਸੀ, ਰਸੌਲੀਆਂ ਨਿਕਲ ਰਹੀਆਂ ਸੀਗੀਆਂ, ਉਹਨਾਂ ਦੀ ਇਸ ਤਰ੍ਹਾਂ ਦੀ ਭਿਅੰਕਰ ਡਿਮੋਨਿਕ ਸ਼ੇਪ ਸੀ ਜੋ ਕਿ ਮੈਂ ਦੇਖ ਕੇ ਹੈਰਾਨ ਹੋ ਰਹੀ ਸੀ ਕਿ ਖੁਦਾ ਬਾਪ ਖੁਦਾ, ਇਹ ਕੀ ਚੀਜ਼ਾਂ ਜੋ ਮੇਰੇ ਅੰਦਰੋਂ ਨਿਕਲ ਰਹੀਆਂ ਆ। ਉਹਨਾਂ ਦੀ ਸ਼ੇਪ ਇੰਨੀ ਭਿਆਨਕ ਸੀਗੀ ਜੋ ਕਿ ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਇਹ ਮੇਰੇ ਨਾਲ ਕੀ ਹੋਇਆ ਆ। ਉਸ ਦਿਨ ਤੋਂ ਬਾਅਦ ਮੈਂ ਬਿਲਕੁਲ ਠੀਕ ਹਾਂ ਔਰ ਜੋ ਮੇਰੀ ਬੋਡੀ ਬਹੁਤ ਜ਼ਿਆਦਾ ਮੈਨੂੰ ਵੀਕ ਲੱਗਦੀ ਹੁੰਦੀ ਸੀਗੀ, ਪਰਮੇਸ਼ਰ ਨੇ ਮੈਨੂੰ ਉਸ ਚੀਜ਼ ਤੋਂ ਆਜ਼ਾਦ ਕੀਤਾ। ਮੇਰੇ ਕੋਈ ਉਸ ਦਿਨ ਤੋਂ ਬਾਅਦ ਦਰਦ ਨਹੀਂ ਹੋਈ ਹੈਗੀ ਔਰ ਮੈਂ ਆਪਣੀ ਬੋਡੀ ਬਿਲਕੁਲ ਹਲਕੀ ਮਹਿਸੂਸ ਕਰ ਰਹੀ ਹਾਂ ਔਰ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ। ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਪਰਮੇਸ਼ਰ ਤੇ ਵਿਸ਼ਵਾਸ ਕਰੋ। ਪਰਮੇਸ਼ਰ ਅਚੰਭੇ ਅਦਭੁਤ ਕੰਮ ਕਰ ਸਕਦਾ ਆ ਜੋ ਕਿ ਡਾਕਟਰਾਂ ਲਈ, ਇਨਸਾਨ ਦੇ ਲਈ ਇੰਪੋਸੀਬਲ ਆ, ਲੇਕਿਨ ਮੇਰੇ ਖੁਦਾ ਦੇ ਲਈ ਹਰ ਚੀਜ਼ ਪੋਸੀਬਲ ਆ। ਜਿਸ ਤਰ੍ਹਾਂ ਪਰਮੇਸ਼ਰ ਨੇ ਮੈਨੂੰ ਆਜ਼ਾਦ ਕੀਤਾ ਜੋ ਕਿ ਮੈਂ ਜਾਣਦੀ ਵੀ ਨਹੀਂ ਸੀਗੀ ਕਿ ਮੇਰੇ ਅੰਦਰ ਕੀ ਪਲ ਰਿਹਾ ਆ, ਇਸੇ ਤਰ੍ਹਾਂ ਪਰਮੇਸ਼ਰ ਹਰ ਇੱਕ ਇਨਸਾਨ ਨੂੰ ਜੋ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ ਆ, ਪਰਮੇਸ਼ਰ ਉਹਨਾਂ ਨੂੰ ਆਜ਼ਾਦ ਕਰਦਾ ਆ। ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰੋ ਕਿ ਪਰਮੇਸ਼ਰ ਭਲਾ ਪਰਮੇਸ਼ਰ ਆ। ਇਸ ਵੱਡੇ ਛੁਟਕਾਰੇ ਦੇ ਲਈ ਮੈਂ ਪਰਮੇਸ਼ਰ ਦਾ ਔਰ ਪਰਮੇਸ਼ਰ ਦੇ ਦਾਸ ਦਾ, ਪਰਮੇਸ਼ਰ ਦੀ ਦਾਸੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਕੀ।
परमेश्वर के दास के द्वारा टीचिंग्स को सुनने के लिए, अनाउंसमेंट्स और अपडेट्स को जानने के लिए आप हमारे YouTube चैनल को सब्सक्राइब करें और साथ में बेल आइकन को दबाएं ताकि जब भी कोई नई अपडेट हो तो आप सबसे पहले जान सकें।